ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੈਲੀਵਿਜ਼ਨ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਸਿੰਘ ਸਾਹਿਬ ਜੀ, ਗਿਆਨੀ ਹਰਪ੍ਰੀਤ ਸਿੰਘ ਜੀ, ਜਿਹੜੇ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਵੀ ਜਥੇਦਾਰ ਹਨ ਔਰ ਅਕਾਲ ਤਖਤ ਸਾਹਿਬ ਦੇ ਵੀ ਕਾਰਜਕਾਰੀ ਜਥੇਦਾਰ ਦੇ ਤੌਰ 'ਤੇ ਉਹ ਲੰਮੇ ਸਮੇਂ ਤੋਂ ਸੇਵਾ ਕਰ ਰਹੇ ਹਨ। ਇਕੱਲੇ ਸਿੰਘ ਸਾਹਿਬ ਹੀ ਨਹੀਂ, ਉਹਨਾਂ ਨੇ ਦੁਨਿਆਵੀ ਪੜ੍ਹਾਈ ਵੀ ਕੀਤੀ ਹੈ। ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਉਹਨਾਂ ਨੇ ਸਿੱਖ ਫਲਸਫੇ ਨੂੰ ਆਪ ਜੀ ਕੇ ਵੇਖਿਆ ਹੈ ਔਰ ਅੱਜ ਖਾਸ ਤੌਰ 'ਤੇ ਉਹਨਾਂ ਦੇ ਕੋਲ ਆਏ ਆ ਸਿੱਖ ਫਲਸਫੇ ਬਾਰੇ ਗੱਲਾਂ ਕਰਨ ਦੇ ਲਈ। ਔਰ ਜੇ ਸਤਿਗੁਰੂ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਰਹਿਮਤ ਕੀਤੀ ਤਾਂ ਸਿੱਖ ਫਲਸਫੇ ਦੇ ਵੱਖ-ਵੱਖ ਪਹਿਲੂਆਂ ਬਾਰੇ ਉਹਨਾਂ ਨਾਲ ਕੁਝ ਪ੍ਰੋਗਰਾਮ ਸਾਂਝੇ ਕੀਤੇ ਜਾਣਗੇ, ਜਿਹੜੇ ਆਪ ਸਭ ਦੇ ਸਨਮੁਖ ਵਾਰੀ-ਵਾਰੀ ਕੀਤੇ ਵੀ ਜਾਣਗੇ। ਸਿੰਘ ਸਾਹਿਬ ਦੇ ਕੋਲ ਆਏ ਆ, ਉਹਨਾਂ ਦੀ ਆਮਦ ਨੂੰ ਜੀ ਆਇਆਂ ਆਖਦੇ ਆ, ਫਤਿਹ ਸਾਂਝੀ ਕਰਦੇ ਆ ਜੀ। ਸਿੰਘ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ, ਸਿੱਖੀ ਦੇ ਵਿੱਚ, ਗੁਰਮਤਿ ਫਲਸਫੇ ਦੇ ਵਿੱਚ ਸਭ ਤੋਂ ਉੱਚਾ ਦਰਜਾ, ਸਭ ਤੋਂ ਵੱਡੀ ਗੱਲ ਜਿਹੜੀ ਕਹੀ ਗਈ, ਸਭ ਤੋਂ ਸਮਰੱਥਾਵਾਨ ਜਿਹੜੀ ਗੱਲ ਕਹੀ ਗਈ, ਉਹ ਅਕਾਲ ਪੁਰਖ ਬਾਰੇ ਕਹੀ ਗਈ ਕਿ ਉਹੀ ਸਮਰੱਥ ਹੈ, ਉਹ ਇੱਕ ਹੈ ਔਰ ਉਹਦੇ ਚਲਾਇਆ ਹੀ ਸਾਰਾ ਸੰਸਾਰ ਚੱਲ ਰਿਹਾ ਹੈਗਾ। ਗੁਰਬਾਣੀ ਦੇ ਵਿੱਚ ਅਕਾਲ ਪੁਰਖ ਦਾ ਸਰੂਪ ਕੀ ਬਿਆਨਿਆ ਗਿਆ, ਉਹਦੀ ਪਰਿਭਾਸ਼ਾ ਕੀ ਹੈ ਗੁਰਬਾਣੀ ਅਨੁਸਾਰ, ਕਿਰਪਾ ਕਰਕੇ ਦੱਸਣ ਦੀ। ਬੜਾ ਅਹਿਮ ਸਵਾਲ ਹੈ ਜਿਹੜਾ ਤੁਸੀਂ ਪੁੱਛਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਜਿਹੜੇ ਸੰਕਲਪ ਹੈ, ਉਹਨਾਂ ਸੰਕਲਪਾਂ ਦੇ ਵਿੱਚੋਂ ਮੁੱਖ ਜਿਹੜਾ ਸੰਕਲਪ ਹੈ, ਸਿਧਾਂਤ ਹੈ, ਕਨਸੈਪਟ ਹੈ ਜੀ, ਉਹ ਅਕਾਲ ਪੁਰਖ ਦਾ ਹੈ ਜੀ। ਇਉਂ ਕਹਿ ਦਈਏ ਵੀ ਜਿਵੇਂ ਮਨੁੱਖੀ ਸਰੀਰ ਦੇ ਵਿੱਚ ਰੀੜ੍ਹ ਦੀ ਹੱਡੀ ਹੈ ਅਹਿਮ ਜੀ, ਜੇ ਇੱਕ ਮਣਕਾ ਵੀ ਵਿੱਚੋਂ ਨਿਕਲ ਜੇ ਤੇ ਸਰੀਰ ਜਿਹੜਾ ਉਹ ਉੱਠ ਨਹੀਂ ਸਕਦਾ, ਚੱਲ ਨਹੀਂ ਸਕਦਾ, ਮੰਜੇ 'ਚ ਪੈ ਜਾਂਦਾ ਜੀ। ਬਿਲਕੁਲ ਉਵੇਂ ਹੀ ਗੁਰਬਾਣੀ ਦੇ ਵਿੱਚ ਅਕਾਲ ਪੁਰਖ ਦਾ ਜਿਹੜਾ ਸੰਕਲਪ ਹੈ, ਇਹ ਮੁੱਖ ਸੰਕਲਪ ਹੈ ਜੀ। ਜੇ ਅਸੀਂ ਥੋੜ੍ਹਾ ਜਿਹਾ ਇਤਿਹਾਸ ਵੱਲ ਝਾਤ ਮਾਰੀਏ ਤੇ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਤਾਂ ਭਾਈ ਗੁਰਦਾਸ ਜੀ ਦੇ ਸ਼ਬਦਾਂ ਦੇ ਵਿੱਚ ਜਦੋਂ ਉਹਨਾਂ ਨੇ ਸੰਸਾਰ ਨੂੰ ਦੇਖਿਆ ਤੇ ਸੰਸਾਰ ਨੂੰ ਸੜਦਾ ਪਾਇਆ ਜੀ, ਜਲਦੀ ਸਭ ਪ੍ਰਥਮੀ ਦਿਸ ਆਈ ਜੀ। ਬਿਲਕੁਲ ਸੰਸਾਰ ਸੜ ਰਿਹਾ ਸੀ ਦੁੱਖਾਂ, ਤਕਲੀਫਾਂ, ਵਿਕਾਰਾਂ ਦੇ ਵਿੱਚ। ਕੋਈ ਈਰਖਾ 'ਚ, ਕੋਈ ਲੋਭ 'ਚ, ਕੋਈ ਮੋਹ 'ਚ, ਕੋਈ ਹੰਕਾਰ 'ਚ, ਕੋਈ ਨਿੰਦਿਆ 'ਚ, ਕੋਈ ਚੁਗਲੀ 'ਚ, ਕੋਈ ਸਾੜੇ 'ਚ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਦੇਖਿਆ ਕਿ ਇਹਦਾ ਕਾਰਨ ਕੀ ਹੈ, ਤੇ ਕਾਰਨ ਉਹਨਾਂ ਨੂੰ ਇੱਕੋ ਹੀ ਨਜ਼ਰ ਪਿਆ ਕਿ ਲੋਕ ਜਿਹੜੇ ਹੈ, ਸਮਾਜ ਜਿਹੜਾ ਹੈ, ਉਹ ਇੱਕ ਅਕਾਲ ਪੁਰਖ ਤੋਂ ਦੂਰ ਹੋ ਚੁੱਕੇ ਜੀ, ਇੱਕ ਅਕਾਲ ਪੁਰਖ ਨਾਲ ਨਹੀਂ ਜੁੜਿਆ ਜੀ। ਕਈ ਅਕਾਲ ਪੁਰਖ ਤੋਂ ਮੁਨਕਰ ਹੋਏ ਤੇ ਕਈ ਜਿਹੜੇ ਹੈ ਉਹਨਾਂ ਨੇ ਬੰਦਿਆਂ ਨੂੰ, ਦਰਖਤਾਂ ਨੂੰ, ਪਸ਼ੂਆਂ ਨੂੰ, ਪੰਛੀਆਂ ਨੂੰ, ਜਾਨਵਰਾਂ ਨੂੰ ਅਕਾਲ ਪੁਰਖ ਰੂਪੀ ਇਸ਼ਟ ਮੰਨ ਕੇ ਪੂਜਣਾ ਸ਼ੁਰੂ ਕੀਤਾ ਹੋਇਆ ਜੀ। ਬਿਲਕੁਲ ਸਾਡੇ ਜਿਹੜੀ ਭਾਰਤ ਦੀ ਇਹ ਰਹੀ ਹੈਗੀ ਆ ਫਲਸਫੀ। ਹਾਂਜੀ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਨੁੱਖਤਾ ਦਾ ਭਲਾ ਕਰਨ ਲਈ, ਪਰਉਪਕਾਰ ਕਰਨ ਲਈ ਜੋ ਉਹਨਾਂ ਨੇ ਮਾਨਵਤਾ 'ਤੇ ਕੀਤਾ ਹੈ, ਇੱਕ ਅਕਾਲ ਪੁਰਖ ਦਾ ਹੋਕਾ ਦਿੱਤਾ ਜੀ। ਕਿਉਂਕਿ ਜੇ ਪਰਿਵਾਰ ਦੇ ਵਿੱਚ 5 ਜੀ ਸੀ ਤੇ 5 ਦੇ ਵੱਖਰੇ ਵੱਖਰੇ ਇਸ਼ਟ ਸੀ, 5 ਦੇ ਵੱਖਰੇ ਵੱਖਰੇ ਪੂਜਾ ਦੇ ਵਿਧੀ ਵਿਧਾਨ ਸੀ ਜੀ। ਤੇ ਜੇ ਪਰਿਵਾਰ ਦੇ ਵਿੱਚ ਹੀ ਏਕਤਾ ਨਹੀਂ ਹੈ ਤੇ ਸਮਾਜ ਦੇ ਵਿੱਚ ਏਕਤਾ ਕਿਵੇਂ ਹੋ ਸਕਦੀ ਹੈ? ਜੇ ਸਮਾਜ 'ਚ ਹੀ ਏਕਤਾ ਨਹੀਂ ਹੈ ਤੇ ਦੇਸ਼ 'ਚ ਏਕਤਾ ਕਿਵੇਂ ਹੋ ਸਕਦੀ ਹੈ? ਨਤੀਜਾ ਸਮਾਜ ਖੇਰੂ ਖੇਰੂ ਹੋਇਆ ਪਿਆ ਸੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੰਸਾਰ ਨੂੰ ਸਭ ਤੋਂ ਜਿਹੜਾ ਪਹਿਲਾ ਹੋਕਾ ਦਿੱਤਾ ਉਹ ਇਹੋ ਦਿੱਤਾ ਕਿ ਅਕਾਲ ਪੁਰਖ ਹੈ। ਏਕੇ ਦੇ ਸੂਤਰ 'ਚ ਬੰਨ੍ਹਣ ਲਈ ਸਭ ਤੋਂ ਪਹਿਲਾਂ ਕਿ ਅਕਾਲ ਪੁਰਖ ਹੈ ਜੀ, ਉਹ ਹੈ, ਉਹਦੀ ਹੋਂਦ ਹੈ ਜੀ। ਇਹ ਨਾਸਤਕਵਾਦੀਆਂ ਨੂੰ ਇੱਕ ਸਿੱਧਾ ਚੈਲੰਜ ਸੀ ਕਿ ਤੁਸੀਂ ਕਹਿੰਦੇ ਹੋ ਕਿ ਉਹ ਨਹੀਂ ਹੈ, ਅਕਾਲ ਪੁਰਖ ਹੈ ਜੀ। ਬਿਲਕੁਲ ਤੁਸੀਂ ਕਹਿੰਦੇ ਹੋ ਕਿ ਜਿਹਨੂੰ ਦੇਖਿਆ ਨਹੀਂ ਜਾ ਸਕਦਾ, ਜਿਹਨੂੰ ਛੂਹਿਆ ਨਹੀਂ ਜਾ ਸਕਦਾ, ਜਿਸ ਨੂੰ ਸੁੰਘਿਆ ਨਹੀਂ ਜਾ ਸਕਦਾ, ਜਿਹਨੂੰ ਚੱਖਿਆ ਨਹੀਂ ਜਾ ਸਕਦਾ, ਉਹਦੀ ਕੋਈ ਹੋਂਦ ਨਹੀਂ ਹੁੰਦੀ। ਹਾਂਜੀ। ਪਰ ਅਕਾਲ ਪੁਰਖ ਨੂੰ ਨਾ ਵੇਖਿਆ ਜਾ ਸਕਦਾ, ਨਾ ਸੁੰਘਿਆ ਜਾ ਸਕਦਾ, ਨਾ ਸੁਣਿਆ ਜਾ ਸਕਦਾ,
ਨਾ ਉਹਨੂੰ ਛੂਹਿਆ ਜਾ ਸਕਦਾ ਲੇਕਿਨ ਇਹਦੇ ਬਾਵਜੂਦ ਉਹ ਹੈ। ਹਾਂਜੀ, ਉਹ ਜਦੋਂ ਛੂਹਿਆ ਨਹੀਂ ਜਾ ਸਕਦਾ, ਮੈਨੂੰ ਗੱਲ ਯਾਦ ਆ ਗਈ ਭਾਈ ਵੀਰ ਸਿੰਘ ਦੀ ਇੱਕ ਹੈ ਨਾ ਕਵਿਤਾ ਵੀ, ਨਿਰਾ ਨੂਰ ਤੁਸੀਂ ਹੱਥ ਨਾ ਆਏ ਸਾਡੀ ਕੰਬਦੀ ਰਹੀ ਕਲਾਈ, ਛੂਹਿਆ ਨਹੀਂ ਜਾ ਸਕਦਾ। ਹਾਂਜੀ, ਲੇਕਿਨ ਉਹ ਹੈ ਜੀ, ਬੇਸ਼ੱਕ ਉਹਦਾ ਕੋਈ ਰੂਪ ਨਹੀਂ ਹੈ। ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੀ ਬਚਨ ਹੈ, ਚੱਕਰ ਚਿਹਨ ਔਰ ਵਰਨ ਜਾਤ ਔਰ ਪਾਤ ਨਾ ਹਨ ਜੇ, ਰੂਪ ਰੰਗ ਔਰ ਰੇਖ ਭੇਖ ਕੋ ਕਹਿ ਨਾ ਸਕਦੇ। ਜੀ, ਤੇ ਉਹ ਹੈ। ਤੇ ਦੂਸਰਾ ਜਿਹੜਾ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੇ ਬਚਨ ਕਿਹਾ ਉਹ ਕਿ ਉਹ ਇੱਕ ਹੈ। ਜੀ, ਪਹਿਲਾਂ ਉਹ ਹੈ, ਫਿਰ ਉਹ ਇੱਕ ਹੈ। ਕੀ ਬਾਤ ਹੈ। ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ ਏਕ ਤੋਈ ਦਾ ਹੋਕਾ ਸਿੱਖ ਫਲਸਫਾ ਜਿਹੜਾ ਹੈ ਉਹ ਅੱਜ ਵੀ ਦਿੰਦਾ ਹੈ। ਜੀ, ਜਿਹੜਾ ਮੋਰੇ ਮੂਲ ਮੰਤਰ ਦੇ ਇੱਕ ਓਂਕਾਰ ਦੇ ਮੋਰੇ ਏਕਾ ਲਾਉਣ ਵਾਲੀ ਗੱਲ ਦੇ ਅੱਗੇ ਜਿਹੜਾ ਏਕਾ ਲੱਗਿਆ ਹੈ, ਹਾਂਜੀ, ਉਹ ਅੰਕ ਲਿਖਿਆ ਹੈ। ਹਾਂਜੀ, ਸ਼ਬਦਾਂ 'ਚ ਨਹੀਂ ਲਿਖਿਆ। ਜੇ ਗੁਰੂ ਨਾਨਕ ਸਾਹਿਬ ਸ਼ਬਦਾਂ ਦੇ ਵਿੱਚ ਇੱਕ ਲਿਖ ਦਿੰਦੇ, ਈੜੀ ਨੂੰ ਸਿਹਾਰੀ ਕੱਕਾ ਲਿਖ ਦਿੰਦੇ, ਤੇ ਹੋ ਸਕਦਾ ਹੈ ਕਈ ਮਨ ਘੜੜ ਵਿਦਵਾਨਾਂ ਨੇ ਜਾਂ ਕੱਚ ਘੜ ਵਿਦਵਾਨਾਂ ਨੇ ਇਹਦੇ ਹੋਰ ਅਰਥ ਕਰ ਲਏ। ਜੀ, ਇੱਕ ਅੰਕ ਦਾ ਕੋਈ ਦੂਜਾ ਅਰਥ ਹੋ ਹੀ ਨਹੀਂ ਸਕਦਾ, ਨਾ ਹੈ ਓਨਲੀ ਇੱਕ, ਨਾ ਹੋਇਆ, ਤੇ ਨਾ ਹੀ ਇੱਕ ਅੰਕ ਦਾ ਕੋਈ ਦੂਜਾ ਅਰਥ ਜਿਹੜਾ ਹੈ ਉਹ ਕੱਢਿਆ ਜਾ ਸਕਦਾ ਹੈ। ਇੱਕ ਦਾ ਮਤਲਬ ਹੈ ਕੇਵਲ ਤੇ ਕੇਵਲ ਇੱਕ। ਉਹ ਇੱਕ ਹੈ, ਉਹ ਹੈ, ਉਹ ਨਿਰਗੁਣ ਵੀ ਹੈ, ਉਹ ਸਰਗੁਣ ਵੀ ਹੈ, ਉਹ ਸਰਵ ਵਿਆਪੀ ਵੀ ਹੈ, ਉਹ ਸਰਬਕਾਲੀ ਵੀ ਹੈ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਹੋਕਾ ਦਿੱਤਾ, ਔਰ ਨਾਲ ਇਹ ਕਿਹਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿ ਤੁਹਾਡੇ ਦੁੱਖਾਂ ਦਾ ਕਾਰਨ ਜਿਹੜਾ ਹੈ ਉਹ ਇੱਕ ਅਕਾਲ ਪੁਰਖ ਨਾਲੋਂ ਟੁੱਟਣਾ ਹੀ ਹੈ। ਜੀ, ਅਕਾਲ ਪੁਰਖ ਸਾਡਾ ਰੂਟ ਹੈ, ਸਾਡੀ ਜੜ ਹੈ, ਤੇ ਕੋਈ ਵੀ ਚੀਜ਼ ਜਦੋਂ ਆਪਦੀ ਜੜ ਦੇ ਨਾਲੋਂ ਟੁੱਟਦੀ ਹੈ ਤੇ ਉਹ ਬਹੁਤੀ ਦੇਰ ਤੱਕ ਜ਼ਿੰਦੀ ਨਹੀਂ ਰਹਿ ਸਕਦੀ। ਜੀ, ਬਿਲਕੁਲ। ਚਾਹੇ ਦਰਖਤ ਨਾਲੋਂ ਪੱਤਾ ਟੁੱਟ ਗਿਆ ਤੇ ਪੱਤਾ ਵੀ ਜਿਹੜਾ ਹੈ ਉਹ ਹਰਾ ਨਹੀਂ ਰਹਿ ਸਕਦਾ, ਸੁੱਕ ਜਾਂਦਾ ਹੈ। ਨਦੀ ਆਪਣੇ ਸੋਮੇ ਨਾਲ ਟੁੱਟ ਜੇ ਤੇ ਨਦੀ ਵੀ ਖਤਮ ਹੋ ਜਾਂਦੀ ਹੈ, ਸੁੱਕ ਜਾਂਦੀ ਹੈ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਕਿ ਇਹ ਜਿਹੜੇ ਤੁਹਾਨੂੰ ਦੁੱਖ ਨੇ ਨਾ, ਇਹ ਇਸੇ ਕਰਕੇ ਕਿ ਤੁਸੀਂ ਪਰਮੇਸ਼ਵਰ ਨੂੰ ਭੁੱਲ ਗਏ ਹੋ। ਪਰਮੇਸ਼ਵਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜੀ ਹਾਂ, ਸੁੱਖਾਂ ਦਾ ਸੋਮਾ ਸਿਰਫ ਵਾਹਿਗੁਰੂ। ਹਾਂ ਜੀ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਤਲਬ ਕਿਹਾ ਕਿ ਇੱਕ ਹੈ, ਉਹ ਸ੍ਰਿਸ਼ਟੀ ਦਾ ਕ੍ਰੀਏਟਰ ਹੈ। ਜੀ, ਮੂਲ ਮੰਤਰ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦਾ ਸਰੂਪ ਜਿਹੜਾ ਹੈ ਉਹ ਦੱਸਿਆ। ਜੀ, ਤੇ ਜੋ ਮੂਲ ਮੰਤਰ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਸਰੂਪ ਦੱਸਿਆ ਹੈ ਕਰਤਾ ਪੁਰਖ ਦਾ, ਅਕਾਲ ਪੁਰਖ ਦਾ, ਪਰਮੇਸ਼ਵਰ ਦਾ, ਉਹਦੀ ਵਿਆਖਿਆ ਜਿਹੜੀ ਹੈ ਸਮੁੱਚੀ ਗੁਰਬਾਣੀ ਦੇ ਵਿੱਚ ਹੈ। ਜੀ, ਬਿਲਕੁਲ। ਔਰ ਉਹ ਅਕਾਲ ਪੁਰਖ ਹੈ। ਜੀ, ਜਦੋਂ ਸਤਿਗੁਰੂ ਜੀ ਨੇ ਅਕਾਲ ਪੁਰਖ ਦਾ ਸਰੂਪ ਵੀ ਦੱਸ ਦਿੱਤਾ, ਇੱਕ ਵੀ ਕਹਿ ਦਿੱਤਾ, ਤੇ ਜਦੋਂ ਬਾਕੀ ਧਰਮਾਂ ਦੇ ਨਾਲ ਕੰਪੈਰੀਟਿਵ ਸਟੱਡੀ ਕਰਦੇ ਜਾਂ ਤੁਲਨਾਤਮਕ ਅਧਿਐਨ ਆਪਾਂ ਕਰਦੇ ਸਾਰੇ ਧਰਮਾਂ ਦਾ, ਉਹਦੇ ਵਿੱਚ ਈਸਾਈ ਮਤ ਵੀ ਕਹਿੰਦੀ ਕਿ ਉਹ ਗੋਡ ਇੱਕੋ ਹੀ ਆ। ਇਸਲਾਮ ਵਾਲੇ ਬੜਾ ਜ਼ੋਰ ਦੇ ਕੇ ਕਹਿੰਦੇ ਕਿ ਉਹ ਇੱਕੋ ਹੀ ਆ ਜੀ, ਇਹ ਰੱਬ ਇੱਕੋ ਹੀ ਆ। ਹਿੰਦੂ ਧਰਮ ਦੇ ਜਿਹੜੇ ਫਲਸਫੇ ਦੇ ਗ੍ਰੰਥ ਉਪਨਿਸ਼ਦ ਆ, ਉਹ ਵੀ ਕਹਿੰਦੇ ਕਿ ਪ੍ਰਮਾਤਮਾ ਇੱਕ ਹੀ ਆ। ਬਾਕੀ ਹਾਲੇ ਮਤ ਹੋਰ ਵੀ ਹੈਗੇ ਉਹਨਾਂ 'ਚ, ਪਰ ਉਪਨਿਸ਼ਦ ਇਸ ਗੱਲ 'ਤੇ ਖੜੇ ਆ ਕਿ ਪ੍ਰਮਾਤਮਾ ਇੱਕੋ ਹੀ ਆ। ਗੁਰੂ ਨਾਨਕ ਸਾਹਿਬ ਨੇ ਕਿਹਾ ਪ੍ਰਮਾਤਮਾ ਇੱਕੋ ਹੀ ਆ। ਸਾਡਾ ਅਕਾਲ ਪੁਰਖ ਇੱਕ ਕਹਿਣ ਦਾ, ਸਿੱਖ ਧਰਮ ਦੇ ਅੰਦਾਜ਼ 'ਚ ਗੁਰਮਤਿ ਦੇ ਤੌਰ 'ਤੇ ਇੱਕ ਕਹਿਣ ਦਾ, ਦੂਜਿਆਂ ਧਰਮਾਂ ਦੇ ਇੱਕ ਕਹਿਣ 'ਚ ਇੱਥੇ ਕਿੰਨਾ ਕੁ ਫਰਕ ਆ? ਜਿਹੜਾ ਈਸਾਈਅਤ ਦੇ ਵਿੱਚ ਰੱਬ ਨੂੰ ਇੱਕ ਕਿਹਾ ਹੈ, ਠੀਕ ਹੈ, ਉਹਨਾਂ ਨੇ ਮੰਨਿਆ ਕਿ ਰੱਬ ਜਿਹੜਾ ਇੱਕ ਹੈ, ਲੇਕਿਨ ਉਹ ਕਹਿੰਦੇ ਕਿ ਉਹਦਾ ਜਿਹੜਾ ਮੁਕਾਮ ਹੈ, ਉਹਦਾ ਜਿਹੜਾ ਨਿਵਾਸ ਹੈ, ਉਹ 7ਵੇਂ ਅਸਮਾਨ 'ਤੇ ਹੈ। ਜੀ, ਇਸੇ ਤਰ੍ਹਾਂ ਇਸਲਾਮ ਦੇ ਵਿੱਚ ਜਿਹੜਾ ਅੱਲਾ ਦਾ ਕਨਸੈਪਟ ਹੈ, ਤੇ ਉਹ ਕਹਿੰਦੇ ਆ ਕਿ ਅੱਲਾ ਜਿਹੜਾ ਹੈ ਇੱਕੋ ਹੀ ਹੈ, ਲੇਕਿਨ ਉਹ ਕਹਿੰਦੇ ਕਿ ਉਹ 14ਵੇਂ ਤਬਕ 'ਤੇ ਹੈ, ਉਹ ਸਰਵ ਵਿਆਪੀ ਨਹੀਂ ਹੈ। ਜੀ, ਇਸੇ ਤਰ੍ਹਾਂ ਹਿੰਦੂ ਧਰਮ ਦੇ ਉਪਨਿਸ਼ਦਾਂ ਦਾ ਤੁਸੀਂ ਜ਼ਿਕਰ ਕੀਤਾ ਹੈ। ਉਪਨਿਸ਼ਦਾਂ ਦੇ ਵਿੱਚ ਕਈ ਜਗ੍ਹਾ ਰੱਬ ਦੀ ਗੱਲ ਆਈ ਹੈ, ਅਕਾਲ ਪੁਰਖ ਦੀ ਗੱਲ ਆਈ ਹੈ। ਖਾਸ ਤੌਰ 'ਤੇ ਵੇਦਾਂ ਦੇ ਵਿੱਚ ਇੱਕ ਜਗ੍ਹਾ ਉਹਨੂੰ ਅਜ਼ਾ ਵੀ ਲਿਖਿਆ, ਜਿਹਦਾ ਮਤਲਬ ਹੁੰਦਾ ਹੈ ਕਿ ਉਹ ਜਨਮ ਨਹੀਂ ਲੈਂਦਾ। ਜੀ, ਲੇਕਿਨ ਬਾਅਦ ਦੇ ਵਿੱਚ ਜਿਹੜੇ ਹਿੰਦੂ ਮਤ ਦੇ ਜਿਹੜੇ ਸਕੂਲ ਹੈ, ਉਹਦੇ ਵਿੱਚ ਅਵਤਾਰਵਾਦ ਦੀ ਗੱਲ ਆ ਜਾਂਦੀ ਹੈ। ਜੀ, ਗੁਰਮਤਿ ਦੇ ਵਿੱਚ ਅਕਾਲ ਪੁਰਖ ਪਰਮੇਸ਼ਵਰ ਨੂੰ ਇੱਕ ਮੰਨਿਆ। ਜੀ, ਔਰ ਗੁਰਮਤਿ ਦੇ ਵਿੱਚ ਅਕਾਲ ਪੁਰਖ ਨੂੰ ਕਿਸੇ 7ਵੇਂ ਜਾਂ 14ਵੇਂ ਅਸਮਾਨ ਤੇ ਬੈਠਾ ਨਹੀਂ ਮੰਨਿਆ, ਬਲਕਿ ਉਸ ਨੂੰ ਸਰਵ ਵਿਆਪੀ ਮੰਨਿਆ। ਜਿਹੜੀ ਮੂਲ ਮੰਤਰ ਦੀ ਗੱਲ ਕੀ, ਕਰਤਾ ਪੁਰਖ, ਉਹ ਕਰਤਾ ਵੀ ਆ, ਸਭ ਦੇ ਵਿੱਚ ਵੀ ਸਰਵ ਵਿਆਪੀ। ਜੀ, ਸਰਵ ਵਿਆਪੀ ਆ ਉਹ ਘਟ ਘਟ ਦੇ ਅੰਦਰ ਹੈ।
ਜ਼ਰਰੇ ਜ਼ਰਰੇ ਦੇ ਅੰਦਰ ਹੈ। ਕੱਟ ਕੱਟ ਮੇ ਹਰ ਜੂ ਬਸ ਹਰ ਜੂ ਬਸ ਹੈ। ਮੇਰੇ ਅੰਦਰ ਵੀ ਹੈ, ਤੁਹਾਡੇ ਅੰਦਰ ਹੀ ਹੈ। ਇੱਥੋਂ ਤੱਕ ਐਵਨ ਕਿ ਸਾਡੇ ਦੋਨਾਂ ਵਿਚਕਾਰ ਜਿਹੜੀ ਸਪੇਸ ਹੈ ਉੱਥੇ ਵੀ ਇੱਥੇ ਵੀ ਹੈ। ਜਿਹੜੀ ਮੂਲ ਮੰਤਰ ਦੇ ਵਿੱਚ ਖਾਸ ਤੌਰ ਤੇ ਇੱਕ ਓੰਕਾਰ ਦੇ ਵਿੱਚ ਊੜੇ ਨੂੰ ਜਿਹੜੀ ਲੰਮੀ ਅਸੀਂ ਲਕੀਰ ਦੇਖਦੇ ਹਾਂ, ਕਾਰ ਜਿਹਨੂੰ ਕਹਿੰਦੇ ਨੇ ਆਪਾਂ, ਕਾਰ ਜਿਹਨੂੰ ਕਹਿ ਦਿੰਦੇ ਹਾਂ, ਹਾਂਜੀ ਹੱਥ ਲਿਖਤ ਪਾਤਸ਼ਾਹ ਦੇ ਪਾਵਨ ਸਰੂਪਾਂ ਦੇ ਵਿੱਚ ਉਹ ਕਾਰ ਜਿਹੜੀ ਹੈ ਬਹੁਤ ਲੰਬੀ ਵੀ ਖਿੱਚੀ ਹੋਈ ਹੈ। ਕਈ ਜਗ੍ਹਾ ਤਾਂ ਇਸ ਤਰ੍ਹਾਂ ਅੰਗ ਦੇ ਉੱਪਰ ਲਿਆ ਕੇ ਥੱਲੇ ਹਿੱਸੇ ਤੱਕ ਹੀ ਉਹ ਕਾਰ ਜਿਹੜੀ ਖਿੱਚੀ ਹੋਈ ਹੈ। ਜੀ ਬਿਲਕੁਲ। ਉਸ ਕਾਰ ਦਾ ਮਤਲਬ ਹੀ ਅਕਾਲ ਪੁਰਖ ਦੀ ਕੰਟੀਨਿਊਟੀ ਨੂੰ ਦਰਸਾਉਣਾ ਹੈ ਜੀ, ਕਿ ਉਹ ਉਹਦਾ ਅੰਤ ਕੋਈ ਨਹੀਂ, ਲਗਾਤਾਰ ਹੈ। ਬਿਲਕੁਲ। ਜਿਵੇਂ ਮੈਂ ਕਹਾਂ ਕਿ ਫਲਾਣੇ ਦਾ ਪੁੱਤਰ ਆਗਿਆ ਮੰਨਦਾ ਹੈ, ਆਪਣੇ ਪਿਤਾ ਦੀ ਆਗਿਆ ਮੰਨਦਾ ਹੈ, ਤੇ ਇੱਕ ਮੈਂ ਸ਼ਬਦ ਕਹਾਂ ਕਿ ਫਲਾਣੇ ਦਾ ਪੁੱਤਰ ਆਪਣੇ ਪਿਤਾ ਦਾ ਆਗਿਆਕਾਰ ਹੈ। ਜੀ, ਆਗਿਆਕਾਰ ਮਤਲਬ ਉਹ ਹਮੇਸ਼ਾ ਤੋਂ ਹੀ ਪਹਿਲਾਂ ਵੀ ਸੀ, ਹੁਣ ਵੀ ਹੈ, ਤੇ ਉਹ ਆਗਿਆ ਹੀ ਮੰਨਦਾ ਹੈ। ਆਗਿਆਕਾਰ, ਜੀ, ਆਗਿਆਕਾਰ, ਨਿਰੰਕਾਰ, ਬਹੁਤ ਸਾਰੇ ਐਸੇ ਸ਼ਬਦ ਹੈ ਜਿਨ੍ਹਾਂ ਦਾ ਪਿਛੇਤਰਕਾਰ ਹੈ। ਔਰ ਕਾਰ ਜਿਹੜਾ ਪਿਛੇਤਰ ਹੈ ਉਹ ਉਸ ਦੀ ਲਗਾਤਾਰਤਾ ਨੂੰ ਦਰਸਾਉਂਦਾ ਹੈ। ਜੀ, ਤੇ ਅਕਾਲ ਪੁਰਖ ਜਿਹੜਾ ਹੈ ਉਹ ਸਰਵ ਜਗ੍ਹਾ ਵਿਆਪਕ ਹੈ, ਸਰਵ ਵਿਆਪੀ ਹੈ। ਅਕਾਲ ਪੁਰਖ ਘਟ ਘਟ ਦੇ ਵਿੱਚ ਵਸਦਾ ਹੈ। ਉਹ ਜੜ ਦੇ ਵਿੱਚ ਵੀ ਹੈ, ਉਹ ਚੇਤਨ ਦੇ ਵਿੱਚ ਵੀ ਹੈ। ਠੀਕ। ਤੇ ਜੇ ਕੋਈ ਜੜ ਤੇ ਚੇਤਨ ਤੋਂ ਪਰੇ ਵੀ ਕੋਈ ਤੀਜੀ ਚੀਜ਼ ਹੈਗੀ ਉਹਦੇ 'ਚ ਤਾਂ ਉਹਦੇ ਵਿੱਚ ਵੀ ਹੈ। ਉਹਦੇ ਵਿੱਚ ਹੀ ਹੈ। ਇੱਦਾਂ ਸ਼ਾਇਦ ਗੁਰੂ ਨਾਨਕ ਸਾਹਿਬ ਦਾ ਕਿਹਾ ਵੀ ਜਦੋਂ ਇਹ ਸੰਸਾਰ ਨਹੀਂ ਸੀ ਉਦੋਂ ਵੀ ਸੀਗਾ। ਹਾਂ, ਅਰਬਦ ਨਰਬਦ ਧੁੰਦੂ ਕਰਾਂ, ਉਹ ਜਦੋਂ ਨਹੀਂ ਹੋਊਗਾ ਤਾਂ ਵੀ। ਜਗਤ ਰਚਨਾ ਤੋਂ ਪਹਿਲਾਂ ਵੀ ਸੀ। ਹਾਂਜੀ। ਤੇ ਜੇ ਜਗਤ ਡਿਸਟਰੋਏ ਹੋ ਜਾਂਦਾ ਤੇ ਉਸ ਤੋਂ ਬਾਅਦ ਵੀ ਉਹਦੀ ਹੋਂਦ ਰਹੇਗੀ, ਉਹਨੇ ਖਤਮ ਨਹੀਂ ਹੋਣਾ ਹੈ। ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਅਰਬਦ ਨਰਬਦ। ਸੋ ਸਾਡਾ ਜਿਹੜਾ ਅਕਾਲ ਪੁਰਖ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਦ ਲਗਾਏ। ਜੀ, ਸੁਨ ਸਮਾਦ, ਸੁਨ ਸਮਾਦ ਦਾ ਮਤਲਬ ਹੁੰਦਾ ਹੈ ਅਫੁਰ ਅਵਸਥਾ। ਜੀ, ਇੱਕ ਐਸੀ ਸਟੇਜ ਜਿੱਥੇ ਸੰਕਲਪ ਵਿਕਲਪ ਖਤਮ ਹੋ ਜਾਂਦੇ ਆ, ਅਫੁਰ, ਜੀ, ਫੁਰਨੇ ਖਤਮ ਹੋ ਜਾਂਦੇ ਆ। ਜੀ, ਤਾਂ ਉਹ ਪਹਿਲੋਂ ਵੀ ਸੀ। ਜਗਤ ਰਚਨਾ ਉਹਨੇ ਰਚੀ ਹੈ, ਜਗਤ ਦੇ ਵਿੱਚ ਵੀ ਹੈ, ਜੀ, ਸੰਸਾਰ ਦੇ ਵਿੱਚ ਵੀ ਹੈ। ਜੀ, ਔਰ ਸੰਸਾਰ ਜੇ ਉਸ ਜਿਵੇਂ ਚੌਪਈ ਸਾਹਿਬ ਦੇ ਵਿੱਚ ਅਸੀਂ ਪੜ੍ਹਦੇ ਹਾਂ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਤਰਤ ਤਬ ਦੇਹ ਅਪਾਰਾ, ਜਬ ਆ ਕਰਖ ਕਰਤ ਹੋ ਕੰਮ ਹੋ ਕਬ ਹੋ ਤੁਮ ਮੈਂ ਮਿਲਤ ਦੇਹ ਤਰ ਸਭ। ਬਿਲਕੁਲ। ਉਸ ਇੱਕ ਚੋਂ ਹੀ ਸਾਰਾ ਪਸਾਰਾ ਪਸਰਿਆ, ਤੇ ਉਸ ਇੱਕ ਦੇ ਵਿੱਚ ਹੀ ਸਾਰੇ ਪਸਾਰੇ ਨੇ ਸਮਾ ਜਾਣਾ ਹੈ। ਲੇਕਿਨ ਉਸ ਇੱਕ ਨੇ ਰਹਿਣਾ ਹੈ। ਜੋ ਸਾਡਾ ਜਿਹੜਾ ਇੱਕ ਦਾ ਹੈਗਾ ਆ ਕਨਸੈਪਟ, ਉਹ ਬਹੁਤ ਵਿਸ਼ਾਲ ਆ। ਵਿਸ਼ਾਲ ਮਤਲਬ ਬਹੁਤ ਵਿਸ਼ਾਲ ਹੈ। ਅਸੀਂ ਉਹਦਾ ਮੁਕਾਮ ਕਿਸੇ ਖਾਸ ਜਗ੍ਹਾ ਦੇ ਉੱਤੇ ਨਹੀਂ ਮੰਨਦੇ। ਜੀ, ਜਿਵੇਂ ਹਿੰਦੂ ਧਰਮ ਦੇ ਵਿੱਚ ਦੱਖਣ ਦੇਸ਼ ਹਰੀ ਕਾ ਵਾਸਾ ਵਾਲੀ ਗੱਲ ਜਿਹੜੀ, ਹਾਂ, ਦੱਖਣ ਦੇਸ਼ ਹਰੀ ਕਾ ਵਾਸਾ, ਜਾਂ ਮੂਰਤੀ ਨੂੰ ਪਰਮੇਸ਼ਵਰ ਸਰੂਪ ਜਾਣ ਕੇ ਉਹਨੂੰ ਮੰਦਿਰ ਦੇ ਵਿੱਚ ਸਥਾਪਿਤ ਕੀਤਾ ਜਾਂਦਾ। ਚਲੋ ਉਹਨਾਂ ਦੀ ਟ੍ਰੈਡੀਸ਼ਨ ਹੈ, ਉਹਨਾਂ ਦਾ ਫਲਸਫਾ ਹੈ। ਪਰ ਗੁਰਬਾਣੀ ਦਾ ਜਿਹੜਾ ਫਲਸਫਾ ਹੈ ਉਹ ਕਹਿੰਦਾ ਕਿ ਥਾਪਿਆ ਨਾ ਜਾਏ, ਉਹਨੂੰ ਸਥਾਪਿਤ ਨਹੀਂ ਕੀਤਾ ਜਾ ਸਕਦਾ ਕਿਸੇ ਖਾਸ ਜਗ੍ਹਾ ਦੇ ਉੱਤੇ। ਅਸੀਂ ਕਹੀਏ ਕਿ ਇੱਥੇ ਹੀ ਅਕਾਲ ਪੁਰਖ ਦਾ ਮੁਕਾਮ ਹੈ, ਬਾਹਰ ਨਹੀਂ ਹੈ। ਜੀ, ਭਗਤ ਨਾਮਦੇਵ ਜੀ ਗੁਰਬਾਣੀ 'ਚ ਜਦੋਂ ਕਹਿੰਦੇ ਆ ਨਾ ਕਿ ਹਿੰਦੂ ਅੰਨਾ ਤੁਰਕੂ ਕਾਣਾ, ਦੋਹਾ ਤੇ ਗਿਆਨੀ ਸਿਆਣਾ, ਤੇ ਉਹ ਹਿੰਦੂ ਨੂੰ ਅੰਨਾ ਕਿਉਂ ਕਹਿ ਰਹੇ ਨੇ? ਉਹ ਫਲਸਫੇ ਦੀ ਗੱਲ ਕਰ ਰਿਹਾ, ਕਿਸੇ ਮਨੁੱਖ ਦੀ ਗੱਲ ਨਹੀਂ ਕਰ ਰਹੇ। ਵੀ ਫਲਸਫੇ ਦੇ ਵਿੱਚ ਇੱਥੇ ਕੋਈ ਅੰਧੇਰ ਜ਼ਿਆਦਾ ਆ ਤੇ ਇੱਥੇ ਕੋਈ ਥੋੜਾ ਜਿਹਾ ਚਾਨਣ ਹੈਗਾ, ਪਰ ਪੂਰਾ ਚਾਨਣ ਜਿਹੜਾ ਗਿਆਨੀ ਕੋਲ। ਹਾਂ, ਬਿਲਕੁਲ। ਮੈਕਾਲਫ ਨੇ ਲਿਖਿਆ ਨਾ ਕਿ ਸੰਸਾਰ ਦੇ ਵਿੱਚ, ਧਰਤੀ ਦੇ ਉੱਤੇ, ਧਰਤੀ ਦੇ ਬਾਹਰ ਕੋਈ ਐਸੀ ਚੀਜ਼ ਨਹੀਂ ਹੈ ਜਿਸ ਨੂੰ ਹਿੰਦੂ ਟ੍ਰੈਡੀਸ਼ਨ ਦੇ ਵਿੱਚ ਇਸ਼ਟ ਨਾ ਮੰਨਿਆ ਹੋਵੇ। ਤਾਂ ਭਗਤ ਨਾਮਦੇਵ ਜੀ ਨੇ ਜਦੋਂ ਕਿਹਾ ਨਾ ਕਿ ਹਿੰਦੂ ਅੰਨਾ ਜਿਹੜਾ ਹੁੰਦਾ ਉਹਨੂੰ ਬਿਲਕੁਲ ਹੀ ਦਿਖਾਈ ਨਹੀਂ ਦਿੰਦਾ। ਜੀ, ਲੇਕਿਨ ਕਾਣਾ ਜਿਹੜਾ ਹੁੰਦਾ ਉਹਨੂੰ ਦਿਖਾਈ ਤਾਂ ਦਿੰਦਾ ਹੈ, ਲੇਕਿਨ ਇੱਕ ਪਾਸੇ ਦਿਖਾਈ ਦਿੰਦਾ ਹੈ। ਜੀ, ਉਹ ਮੰਨਦੇ ਤਾਂ ਹੈ ਕਿ ਅੱਲਾ ਇੱਕ ਹੈ, ਲੇਕਿਨ ਉਹ ਕਹਿੰਦੇ ਉਹਦਾ ਹੀ ਉਹ ਮਦਦ ਕਰੇਗਾ ਰੋਜ਼ੇ ਕਿਆਮਤ ਦੇ ਦਿਨ, ਜਿਹੜਾ ਹਜ਼ਰਤ ਮੁਹੰਮਦ ਤੇ ਈਮਾਨ ਲਿਆਏਗਾ। ਜੀ, ਬਾਕੀਆਂ ਦੀ ਨਹੀਂ। ਜੀ, ਇਹ ਗੱਲ ਨੂੰ ਬੇਸ਼ੱਕ ਮੈਂ ਸੰਭੇ ਪਏ ਇੱਦਾਂ ਕਰ ਲਵਾਂ ਕਿ ਜਿਹੜਾ ਫਲਸਫਾ ਹੁੰਦਾ, ਮਨੁੱਖ ਜੋ ਕੁਝ ਫਲਸਫੇ 'ਚੋਂ ਸਿੱਖਦਾ ਆ ਉਹੀ ਉਹਦਾ ਦ੍ਰਿਸ਼ਟੀਕੋਣ ਬਣ ਜਾਂਦਾ। ਜੀ, ਤੇ ਫਲਸਫੇ ਦੀ ਗੱਲ ਕਰਦਿਆਂ ਹੋਇਆਂ ਗੁਰਬਾਣੀ ਨੇ ਗੱਲ ਕਹਿ ਦਿੱਤੀ ਕਿ ਇੱਕ ਫਲਸਫਾ ਜਿਹੜਾ ਹੈ ਉਹਦੇ ਕੋਲ ਪੂਰਾ ਹਨੇਰੀ ਆ, ਦੂਜਾ ਫਲਸਫਾ ਉਹਦੇ ਕੋਲ ਥੋੜ੍ਹਾ ਚਾਨਣ ਹੈਗਾ, ਪਰ ਇੱਕ ਪਾਸੇ ਚਾਨਣ ਆ। ਤੇ ਜਿਹੜਾ ਗਿਆਨੀ ਹੋਏਗਾ, ਨਹੀਂ ਇਸ ਤਰ੍ਹਾਂ ਨਹੀਂ ਗੱਲ ਕਿ ਕੋਈ ਫਲਸਫਾ ਜਿਹੜਾ ਹੈਗਾ ਉਹ ਛੋਟਾ ਹੈ ਜਾਂ ਕੋਈ ਫਲਸਫਾ ਵੱਡਾ ਹੈ। ਫਰਜ਼ ਕਰੋ ਇੱਕ ਮੇਰੀ ਨਜ਼ਰ ਜਿਹੜੀ ਹੈ ਉਹ 500 ਮੀਟਰ ਤੱਕ ਜਾਂਦੀ ਹੈ, ਤਾਂ ਮੈਂ 500 ਮੀਟਰ ਤੋਂ ਉਰੇ ਜਿਹੜੀਆਂ ਚੀਜ਼ਾਂ ਦੇਖ ਰਹੇ ਹਾਂ ਉਹ ਸੱਚ ਹੈ। ਉਹ ਸੱਚ ਹੈ। ਤੁਹਾਡੀ ਨਜ਼ਰ ਜਿਹੜੀ ਆ ਉਹ 1000 ਮੀਟਰ ਤੱਕ ਜਾ ਰਹੀ ਹੈ, ਤੇ 1000 ਮੀਟਰ ਦੇ ਅੰਦਰ ਜਿਹੜੀ ਚੀਜ਼ ਤੁਸੀਂ ਦੇਖ ਰਹੇ ਹੋ ਉਹ ਸੱਚ ਹੈ। ਮੈਂ ਕਹਾਂ ਕਿ 500 ਮੀਟਰ ਤੱਕ ਮੈਨੂੰ ਦਿਸਦਾ ਇਹ ਸੱਚ ਹੈ, ਲੇਕਿਨ ਉਸ ਤੋਂ ਅੱਗੇ ਹਨੇਰ ਹੈ,
ਜੀ ਤੁਸੀਂ ਕਹਿੰਦੇ ਤੁਹਾਨੂੰ 1000 ਮੀਟਰ ਤੱਕ ਦਿਸ ਰਿਹਾ, ਤੁਸੀਂ ਕਹਿੰਦੇ ਨਹੀਂ। ਹਾਂਜੀ, ਤੁਹਾਡੀ ਗੱਲ ਵੀ ਸੱਚੀ ਹੈ, ਤੁਸੀਂ ਵੀ ਸੱਚ ਹੋ, ਪਰ ਕੋਈ 1000 ਤੋਂ ਉੱਤੇ ਵਾਲਾ ਵੀ ਹੋਏਗਾ। ਮੈਂ ਵੀ ਸੱਚ ਹਾਂ। ਹਾਂਜੀ, ਉਸ ਤੋਂ ਉੱਤੇ ਵਾਲਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਦ੍ਰਿਸ਼ਟੀਕੋਣ ਹੈ ਉਹ ਵਿਆਪਕ ਹੈ ਜੀ, ਖੰਡਾਂ ਬ੍ਰਹਮੰਡਾਂ ਤੋਂ ਵੀ ਮਤਲਬ ਪਰੇ ਤੋਂ ਪਰੇ, ਪਰੇ ਤੋਂ ਪਰੇ। ਇਸੇ ਕਰਕੇ ਉਹਨਾਂ ਨੇ ਕਿਹਾ ਧਰਤੀ ਹੋਰ ਪਰੇ, ਹੋਰ ਜੀ। ਦ੍ਰਿਸ਼ਟੀਕੋਣ ਜਿਹੜੀ ਤੁਸੀਂ ਗੱਲ ਕਰਦੇ ਗੱਲ ਕਹੀ ਕਿ ਹਿੰਦੂ ਧਾਰਮਿਕ ਗ੍ਰੰਥਾਂ 'ਚ ਪਹਿਲਾਂ ਰੱਬ ਇੱਕ ਦੀ ਵੀ ਗੱਲ ਕੀਤੀ ਗਈ, ਉਹਨੂੰ ਅਜਨਮਾ ਵੀ ਆਖਿਆ ਗਿਆ, ਪਰ ਬਾਅਦ 'ਚ ਉਹਦੇ ਅਵਤਾਰਵਾਦ ਦੀ ਵੀ ਗੱਲ ਕੀਤੀ ਗਈ। 3 ਦੇਵਤਿਆਂ ਦੀ ਗੱਲ ਅੱਛਾ, ਜਿਹੜੀ ਅਵਤਾਰਵਾਦ ਦੀ ਗੱਲ ਆ, ਕੀ ਅਕਾਲ ਪੁਰਖ ਦਾ ਅਵਤਾਰਨ ਹੋ ਸਕਦਾ ਹੈ? ਇਹ ਅਵਤਾਰਵਾਦ ਵਾਲੇ ਜਿਹੜਾ ਅਵਤਾਰਵਾਦ ਹੈ ਉਹਦੇ ਬਾਰੇ ਗੁਰਮਤਿ ਦਾ ਦ੍ਰਿਸ਼ਟੀਕੋਣ ਕੀ ਹੈ? ਨਹੀਂ, ਗੁਰਮਤਿ ਦੇ ਵਿੱਚ ਵੀ ਅਕਾਲ ਪੁਰਖ ਨੂੰ ਅਵਤਾਰਵਾਦ ਤੋਂ ਜਿਹੜਾ ਹੈ ਉਹ ਰਹਿਤ ਦੱਸਿਆ ਜੀ। ਅਕਾਲ ਪੁਰਖ ਜਿਹੜਾ ਹੈ ਉਹ ਅਵਤਾਰ ਨਹੀਂ ਲੈਂਦਾ ਜੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅਜੂਨੀ ਸ਼ਾਇਦ ਜਿਹੜਾ ਸ਼ਬਦ ਹਾਂ, ਅਜੂਨੀ ਜਿਹੜਾ ਮੂਲ ਮੰਤਰ ਦੇ ਵਿੱਚ ਜਿਹੜਾ ਸ਼ਬਦ ਹੈ ਅਜੂਨੀ, ਉਹਦਾ ਮਤਲਬ ਇਹੀ ਹੈ ਕਿ ਉਹ ਜੂਨਾਂ ਦੇ ਵਿੱਚ ਨਹੀਂ ਆਉਂਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸਿੱਖਾਂ ਨੇ ਕਿਹਾ, ਮਹਾਰਾਜ ਵੀ ਭਗਵਾਨ ਜਨਮ ਲੈਂਦਾ ਹੈ, ਕਿ ਭਗਵਾਨ ਦੀ ਅਸੀਂ ਗੱਲ ਕਰਦੇ ਹਾਂ, ਸਮਾਜ ਦੇ ਵਿੱਚ ਵਿਚਰਦੇ ਹਾਂ, ਗੱਲ ਹੁੰਦੀ ਹੈ, ਤੇ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਭਗਵਾਨ ਨੇ ਜਨਮ ਲਿਆ, ਭਗਵਾਨ ਆਇਆ। ਇਹਦੇ ਬਾਰੇ ਤੁਹਾਡਾ ਕੀ ਦ੍ਰਿਸ਼ਟੀਕੋਣ ਹੈ? ਤੇ ਉਹਨਾਂ ਨੇ ਕਿਹਾ ਕਿ ਭਰਮ ਭੁੱਲੇ ਨਰ ਕਰਤ ਕਚਰਾਇਨ ਜੀ, ਵੀ ਜਿਹੜੇ ਨਰ ਹੈ ਉਹ ਕਚਰਾਇਨ ਗੱਲਾਂ ਕਰ ਜਾਂਦੇ ਆ, ਭਰਮ ਤੇ ਭੁਲੇਖੇ 'ਚ ਪੈ ਕੇ ਜੀ। ਜਨਮ ਮਰਨ ਤੇ ਰਹਿਤ ਨਾਰਾਇਣ। ਕੀ ਬਾਤ ਹੈ। ਅਕਾਲ ਪੁਰਖ ਜਿਹੜਾ ਹੈ ਉਹ ਜਨਮ ਮਰਨ ਤੋਂ ਪਰੇ ਹੈ, ਪਰਮੇਸ਼ਵਰ ਜਿਹੜਾ ਹੈ ਉਹ ਜਨਮ ਮਰਨ ਤੋਂ ਪਰੇ ਹੈ। ਇਸ ਕਰਕੇ ਉਹ, ਵੈਸੇ ਅਸੀਂ ਸਾਰੇ ਉਹਦੇ 'ਚ ਪੈਦਾ ਹੋਏ ਹਾਂ। ਹਾਂ, ਅਸੀਂ ਸਾਰੇ ਉਹਦੇ 'ਚੋਂ ਪੈਦਾ ਹੋਏ ਹਾਂ, ਲੇਕਿਨ ਜਦੋਂ ਮੂਲ ਮੰਤਰ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਅਜੂਨੀ, ਤਾਂ ਉਹ ਇੱਕ ਸਪਸ਼ਟ ਸੰਕੇਤ ਹੈ ਕਿ ਉਹ ਜੂਨਾਂ ਦੇ ਵਿੱਚ ਨਹੀਂ ਆਉਂਦਾ, ਉਹ ਗਰਭ ਅਵਸਥਾ ਦੇ ਵਿੱਚ ਨਹੀਂ ਆਉਂਦਾ ਜੀ। ਉਹ ਅਸੀਂ ਸ਼ਬਦ ਵਰਤਦੇ ਹਾਂ ਅਕਾਲ। ਅਕਾਲ ਦਾ ਮਤਲਬ ਹੀ ਹੈ ਜਿਹੜਾ ਕਾਲ ਤੋਂ ਰਹਿਤ ਹੈ ਜੀ, ਕਿਉਂਕਿ ਜਿਹਦਾ ਜਨਮ ਹੋ ਗਿਆ ਉਹਨੇ ਇੱਕ ਨਾ ਇੱਕ ਦਿਨ ਸੰਸਾਰ ਤੋਂ ਜਾਣਾ ਹੀ ਹੈ, ਚਾਹੇ ਉਹ ਮਨੁੱਖ ਹੈ, ਚਾਹੇ ਉਹ ਪਸ਼ੂ ਹੈ, ਪੰਛੀ, ਪੇੜ ਪੌਦੇ, ਜੋ ਵੀ ਹੈ, ਉਹਨੇ ਇੱਕ ਦਿਨ ਇਹਦਾ ਮਤਲਬ ਇਹ ਹੋ ਗਿਆ ਵੀ ਅਕਾਲ ਪੁਰਖ ਨੇ ਤਾਂ ਕਿਸੇ ਅਵਤਾਰ 'ਚ ਆਉਣਾ ਨਹੀਂ, ਪਰ ਅਸੀਂ ਸਾਰਾ ਸੰਸਾਰ ਹੀ ਕਿਉਂਕਿ ਅਕਾਲ ਪੁਰਖ ਤੋਂ ਸਿਰਜਿਆ ਹੋਇਆ, ਅਸੀਂ ਸਾਰੇ ਅਕਾਲ ਪੁਰਖ ਦੇ ਪੁੱਤਰ ਹਾਂ। ਹਾਂ, ਇਸ ਕਰਕੇ ਕਿਸੇ ਇੱਕ ਬੰਦੇ ਨੂੰ ਜਾਂ ਕਿਸੇ ਇੱਕ ਵਿਅਕਤੀ ਨੂੰ ਅਕਾਲ ਪੁਰਖ ਦਾ ਪੁੱਤਰ ਕਹਿ ਕੇ, ਰੱਬ ਦਾ ਪੁੱਤਰ ਕਹਿ ਕੇ ਪੂਜਾ ਅਰਚਨਾ ਵੀ ਉਹ ਵੀ ਮੇਰੇ ਖਿਆਲ ਤਾਂ ਸਾਰੇ ਪੁੱਤਰ। ਭਗਤ ਕਬੀਰ ਜੀ ਨੇ ਕਿਹਾ, ਕਹੋ ਕਬੀਰ ਹਮ ਰਾਮ ਕੀ ਅੰਸ਼। ਜੀ ਬਿਲਕੁਲ, ਕਿ ਅਸੀਂ ਉਸ ਰਾਮ ਦੀ, ਉਸ ਪਰਮਾਤਮਾ ਦੀ ਅੰਸ਼ ਹਾਂ ਜੀ, ਉਹਦਾ ਹਿੱਸਾ, ਪਰ ਪਰਮਾਤਮਾ ਨਹੀਂ ਹੈ। ਜਿਵੇਂ ਫਰਜ਼ ਕਰੋ ਤੁਹਾਡੀ ਮੈਂ ਉਂਗਲ ਫੜ ਕੇ ਚੀਚੀ ਆਖਾਂ ਕਿ ਇਹ ਰਾਣਾ ਜੀ ਨੇ, ਇਹ ਰਾਣਾ ਜੀ ਦੀ ਉਂਗਲ ਹੈ, ਰਾਣਾ ਜੀ ਨਹੀਂ ਹੈ। ਜਾਂ ਮੈਂ ਤੁਹਾਡੀ ਬਾਂਹ ਫੜ ਕੇ ਆਖਾਂ ਕਿ ਇਹ ਰਾਣਾ ਜੀ ਨੇ, ਨਹੀਂ, ਇਹ ਰਾਣਾ ਜੀ ਦੀ ਬਾਂਹ ਹੈ। ਮੈਂ ਤੁਹਾਡਾ ਮੱਥਾ ਫੜ ਕੇ ਆਖਾਂ ਕਿ ਇਹ, ਇਸ਼ਾਰਾ ਕਰਾਂ ਕਿ ਇਹ ਰਾਣਾ ਜੀ ਨੇ, ਤਾਂ ਇਹ ਰਾਣਾ ਜੀ ਦਾ ਹਿੱਸਾ ਹੈ ਸਰੀਰ ਦਾ। ਉਸੇ ਤਰ੍ਹਾਂ ਅਸੀਂ ਸਾਰੇ ਅਕਾਲ ਪੁਰਖ ਦੇ ਸਰੀਰ ਦਾ ਹਿੱਸਾ ਤਾਂ ਹਾਂ, ਪਰ ਕੋਈ ਵੀ ਜਿਹੜਾ ਹੈ ਉਹ ਅਕਾਲ ਪੁਰਖ ਨਹੀਂ ਹੋ ਸਕਦਾ। ਬਿਲਕੁਲ ਤੁਹਾਡੀ ਗੱਲ ਠੀਕ। ਥੋੜ੍ਹੀ ਜਿਹੀ ਗੱਲ ਗਾਂਹ ਤੋਰ ਲਈਏ ਕਿਉਂਕਿ ਸਮਾਂ ਵੀ ਆਪਣਾ ਉਸ ਹਿਸਾਬ ਨਾਲ ਚੱਲ ਰਿਹਾ ਹੈਗਾ। ਅਕਾਲ ਪੁਰਖ ਦੇ ਕਿਰਤਮ ਨਾਮਾਂ ਦੀ ਗੱਲ ਗੁਰਬਾਣੀ 'ਚ ਬੜੀ ਕੀਤੀ ਗਈ ਆ। ਗੁਰਬਾਣੀ 'ਚ ਵੀ ਗੁਰੂ ਗੋਬਿੰਦ ਸਿੰਘ ਦੇ ਸ਼ਬਦਾਂ 'ਚ ਹੀ ਕਰਤਾ ਪੁਰਖ ਵੀ ਉਹਨਾਂ ਨੂੰ ਆਖਿਆ ਗਿਆ, ਮਹਾਂਕਾਲ ਵੀ ਆਖਿਆ ਗਿਆ। ਔਰ ਜਿਹੜੇ ਕਿਰਤਮ ਨਾਮ ਹੈ ਇਹਨਾਂ ਦੇ ਵਿੱਚ ਮਹਾਂਕਾਲ ਹੋ ਗਿਆ, ਕਰਤਾ ਪੁਰਖ ਹੋ ਗਿਆ, ਬਾਕੀ ਸਾਰੇ ਉਹਨਾਂ 'ਚ ਭਿੰਨਤਾ ਕੀ ਆ ਅਤੇ ਸਮਾਨਤਾ ਕੀ ਆ, ਉਹਦੇ ਬਾਰੇ ਤੁਹਾਡੇ ਵੈਸੇ ਸਬਜੈਕਟ ਵੀ ਇਹ PhD ਦਾ ਸ਼ਾਇਦ। ਹਾਂਜੀ ਹਾਂਜੀ, ਅਸਲ ਦੇ ਵਿੱਚ ਇਸਲਾਮ ਦੇ ਵਿੱਚ 99 ਨਾਮ ਜਿਹੜੇ ਹੈ ਉਹ ਅੱਲਾ ਦੇ ਲਿਖੇ ਨੇ ਜੀ, ਸਾਰੇ ਸਫਾਤੀ ਨਾਮ ਨੇ ਜੀ। ਅਤੇ ਹਿੰਦੂ ਟ੍ਰੈਡੀਸ਼ਨ ਦੇ ਵਿੱਚ ਵੀ ਸਹੰਸਰਨਾਮੇ ਜਿਹੜੇ ਹੈ ਉਹ ਮਿਲਦੇ ਆ ਜੀ। ਤੁਸੀਂ ਗੂਗਲ 'ਤੇ ਸਰਚ ਮਾਰੋ ਜੀ, ਤੁਹਾਨੂੰ ਵਿਸ਼ਨੂੰ ਦਾ ਸਹੰਸਰਨਾਮਾ, ਸ਼ਿਵ ਦਾ ਸਹੰਸਰਨਾਮਾ, ਜਾਂ ਤੁਹਾਨੂੰ ਬ੍ਰਹਮਾ ਜੀ ਦਾ ਵੀ ਸਹੰਸਰਨਾਮਾ ਜਿਹੜਾ ਉਹ ਮਿਲੇਗਾ। ਸਹੰਸਰਨਾਮੇ ਦਾ ਮਤਲਬ ਹੈ 1000 ਨਾਮ ਹਰ ਕਦੇ। ਹਾਂਜੀ, ਇਹ ਗੁਰਬਾਣੀ ਦੇ ਵਿੱਚ ਵੀ ਅਕਾਲ ਪੁਰਖ ਦੇ ਕੋਈ ਨੀਅਰ ਅਬਾਊਟ 650 ਦੇ ਕਰੀਬ ਕਿਰਤਮ ਨਾਮ ਜਿਹੜੇ ਆ ਉਹ ਆਉਂਦੇ ਆ। ਕਿਰਤਮ ਨਾਮ ਜਿਹੜੇ ਅਕਾਲ ਪੁਰਖ ਦੇ ਗੁਣਾਂ ਨੂੰ ਪ੍ਰਗਟ ਕਰਦੇ ਆ ਜਾਂ ਅਕਾਲ ਪੁਰਖ ਦੇ ਗੁਣਾਂ ਬਾਰੇ ਦੱਸਦੇ ਆ ਜੀ। ਜਿਵੇਂ ਰਾਮ ਜੀ, ਰਾਮ ਅਕਾਲ ਪੁਰਖ ਦਾ ਇੱਕ ਕਿਰਤਮ ਨਾਮ ਹੈ। ਉਹਦੀ ਰਮੇ ਹੋਣ ਦੀ ਸਾਨੂੰ ਜਾਣਕਾਰੀ, ਰਮੇ ਦੀ ਜਾਣਕਾਰੀ ਦਿੰਦਾ ਹੈ ਜੀ। ਤਾਂ ਇਹ ਸਾਰੇ ਜਿਹੜੇ ਨਾਮ ਨੇ, ਇਸੇ ਤਰ੍ਹਾਂ ਗੋਪਾਲ ਹੈ ਜੀ। ਗੋਪਾਲ ਦਾ ਅਰਥ ਹੁੰਦਾ ਹੈ, ਗੋ ਦਾ ਅਰਥ ਹੁੰਦਾ ਸ੍ਰਿਸ਼ਟੀ, ਪਾਲ ਦਾ ਅਰਥ ਹੁੰਦਾ ਪਾਲਣ ਵਾਲਾ, ਜਿਹੜਾ ਸ੍ਰਿਸ਼ਟੀ ਨੂੰ ਪਾਲਦਾ ਹੈ। ਗੋਬਿੰਦ ਹੈ, ਗੋ ਦਾ ਸ੍ਰਿਸ਼ਟੀ, ਬਿੰਦ ਦਾ ਅਰਥ ਹੁੰਦਾ ਪੈਦਾ ਕਰਨ ਵਾਲਾ, ਜਿਹੜਾ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ। ਗੋਸਾਈ, ਸਾਈਂ ਦਾ ਅਰਥ ਹੁੰਦਾ ਮਾਲਕ, ਗੋ ਦਾ ਅਰਥ ਹੁੰਦਾ ਸ੍ਰਿਸ਼ਟੀ, ਜਿਹੜਾ ਸ੍ਰਿਸ਼ਟੀ ਦਾ ਮਾਲਕ ਹੈ। ਤਾਂ ਇਹ ਜਿਹੜੇ ਕਿਰਤਮ ਨਾਮ ਜਿਹੜੇ ਹੈ ਉਹ
ਅਕਾਲ ਪੁਰਖ ਦੇ ਗੁਣਾਂ ਦੀ ਜਾਣਕਾਰੀ ਸਾਨੂੰ ਦਿੰਦੇ ਆ। ਜੀ ਜਿਹੜੇ ਵੀ ਅਸੀਂ ਗੁਣਾਂ ਬਾਰੇ ਜਾਣਦੇ ਹਾਂ ਉਹ ਸਾਰੇ ਪਰਮੇਸ਼ਵਰ ਦੇ ਹੈ ਤੇ ਪਰਮੇਸ਼ਵਰ ਜਿਹੜਾ ਸਰਬ ਗੁਣ ਸੰਪੰਨ ਹੈ ਤੇ ਅਸੀਂ ਉਹਦੇ ਗੁਣਾਂ ਨੂੰ ਵੇਖ ਕੇ ਅਕਾਲ ਪੁਰਖ ਪਰਮੇਸ਼ਵਰ ਦੇ ਨਾਮਾਂ ਦਾ ਉਚਾਰਨ ਕਰਦੇ ਹਾਂ। ਉਹ ਗੁਰੂ ਸਾਹਿਬਾਨਾਂ ਨੇ ਸਾਨੂੰ ਅਕਾਲ ਪੁਰਖ ਦੇ ਨਾਮ ਜਿਹੜੇ ਆ ਉਹ ਗੁਰਬਾਣੀ ਦੇ ਵਿੱਚ ਦੱਸੇ ਨੇ ਕਿ ਇਹ ਨਾਮ ਹੈ। ਪਰ ਇੱਕ ਜਗ੍ਹਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਕੀਰਤਮ ਨਾਮ ਕਥੇ ਤੇਰੇ ਜਿਹਵਾ ਜੀ, ਸਤਨਾਮ ਤੇਰਾ ਪਰਾਪੂਰ ਬਲਾ। ਫਿਰ ਐਕਚੁਅਲੀ ਉਹਦਾ ਨਾਮ ਕੀ ਹੈ? ਹਾਂਜੀ, ਇਹ ਸਾਰੇ ਨਾਮ ਹੀ ਰੱਖੇ ਨੇ, ਕੀਰਤਮ ਨੇ। ਹਾਂਜੀ, ਕੀਰਤਮ ਦਾ ਮਤਲਬ ਹੁੰਦਾ ਹੈ ਘੜੇ ਗਏ। ਜੀ ਬਿਲਕੁਲ, ਰੱਖੇ ਗਏ। ਜਿਹੋ ਜਿਹਾ ਮਨੁੱਖ ਨੇ ਮਹਿਸੂਸ ਕੀਤਾ ਉਹ ਜਿਹਾ ਨਾਮ ਰੱਖ ਲਿਆ ਕਿ ਤੂੰ ਮੇਰੀ ਰੱਖਿਆ ਕਰਨ ਵਾਲਾ ਹੈ, ਤੈਨੂੰ ਰੱਖਿਆ ਤੇ ਰੱਖਣਹਾਰ ਹੈ, ਤੂੰ ਮੇਰੀ ਪਾਲਣਾ ਪਾਲਣਹਾਰ ਹੈ, ਤੂੰ ਮੈਨੂੰ ਪੈਦਾ ਕੀਤਾ ਤੂੰ ਗੋਬਿੰਦ ਹੈ, ਤੂੰ ਮੈਨੂੰ ਪਾਲਦਾ ਤੂੰ ਗੋਪਾਲ ਹੈ, ਤੂੰ ਮਾਲਕ ਹੈ ਤੂੰ ਗੋਸਾਈ ਹੈ, ਹਾਂਜੀ, ਤੂੰ ਸੁਆਮੀ ਹੈ, ਤੂੰ ਠਾਕੁਰ ਹੈ। ਹਾਂਜੀ, ਬੜੇ ਗੁਰਬਾਣੀ ਚ ਨਾਮ ਹੈ। ਪਾਰ ਬ੍ਰਹਮ ਹੈ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਤੂੰ ਅਪਰੰਪਾਰ ਹੈ ਜੀ, ਤੂੰ ਮਿਹਰਬਾਨ ਹੈ। ਹਾਂਜੀ, ਤਾਂ ਇਹ ਸਾਰੇ ਨਾਮ ਉਹਦੇ ਗੁਣਾਂ ਦੀ ਹੀ ਪ੍ਰਤੀਨਿਧਤਾ ਕਰਦੇ ਨੇ। ਫਿਰ ਐਕਚੁਅਲੀ ਨਾਮ ਕੀ ਹੈ? ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਐਕਚੁਅਲੀ ਨਾਮ ਜਿਹੜਾ ਅਕਾਲ ਪੁਰਖ ਦਾ ਉਹ ਸਤ ਹੀ ਹੈ। ਸਤਨਾਮ ਤੇਰਾ ਪਰਾਪੂਰ ਬਲਾ। ਹਾਂਜੀ, ਤੇ ਸਤ ਦਾ ਮਤਲਬ ਹੁੰਦਾ ਕਿ ਉਹ ਹੈ। ਠੀਕ, ਗੁਰਬਾਣੀ ਦੀ ਜਦੋਂ ਸਤ ਦੀ ਗੱਲ ਕਹੀ ਉਹ ਹੈ, ਹੋਂਦ ਹੀ ਉਹਦਾ ਸੱਚਾ ਨਾਮ ਹੈ। ਹਾਂਜੀ, ਉਹਦੀ ਹੋਂਦ ਹੀ, ਉਹਦੀ ਹਾਜ਼ਰੀ ਹੀ ਐਕਚੁਅਲੀ ਉਹਦਾ ਸੱਚਾ ਨਾਮ ਹੈ। ਇਹ ਅਸਲ 'ਚ ਸਬਜੈਕਟ ਬਹੁਤ ਵੱਡਾ ਆ, ਪਰ ਆ ਜਿਹੜੀ ਉਹਦੇ ਇੱਕੋ ਹੀ ਗੱਲ, ਅਕਾਲ ਪੁਰਖ ਦੇ ਸੱਤ ਨੂੰ ਕਿਵੇਂ ਮਹਿਸੂਸ ਕੀਤਾ ਜਾਵੇ? ਬੜੇ ਥੋੜੇ ਸ਼ਬਦਾਂ 'ਚ ਤੁਸੀਂ ਇੱਕ ਅੱਧੇ ਮਿੰਟ 'ਚ ਕੀ ਕਹਿ ਸਕਦੇ? ਬਿਲਕੁਲ, ਉਹਦੇ ਸੱਤ ਨੂੰ ਕਿੱਦਾਂ ਮਹਿਸੂਸ ਕਰੀਏ? ਉਹ ਸੱਤ ਉਹਦੀ ਹੋਂਦ ਹੀ ਹੈ। ਗੁਰੂ ਬਾਣੀ ਦਾ ਜਿਹੜਾ ਮੁੱਖ ਮਕਸਦ ਹੈ ਨਾ, ਹਾਂਜੀ, ਉਹ ਅਕਾਲ ਪੁਰਖ ਦਾ ਰਜ਼ਾਈ ਮਨੁੱਖ ਪੈਦਾ ਕਰਨਾ ਜੀ, ਭਾਣੇ ਵਾਲੇ ਉਹਦੇ ਭਾਣੇ ਦੇ ਵਿੱਚ ਜ਼ਿੰਦਗੀ ਬਤੀਤ ਕਰਨਾ ਜੀ। ਜਦੋਂ ਕੋਈ ਉਹਦੀ ਰਜ਼ਾ ਦੇ ਵਿੱਚ ਚੱਲਣਾ ਸ਼ੁਰੂ ਕਰ ਦਿੰਦਾ ਜੀ, ਰਜ਼ਾ ਦੇ ਵਿੱਚ ਜੀ, ਜਦੋਂ ਕੋਈ ਉਹਦਾ ਨਾਮ ਲੈਂਦਾ, ਪਹਿਲੀ ਗੱਲ ਤਾਂ ਇਹ ਹੈ ਕਿ ਅਕਾਲ ਪੁਰਖ ਪਰਮੇਸ਼ਵਰ ਤਿੰਨ ਚੀਜ਼ਾਂ ਦਾ ਹੋਣਾ ਲਾਜ਼ਮੀ ਹੈ ਕਿਸੇ ਵੀ ਮਨੁੱਖ ਦੇ ਅੰਦਰ ਜੇ ਉਹਨੇ ਪਰਮਾਤਮਾ ਨੂੰ ਮਹਿਸੂਸ ਕਰਨਾ ਜੀ। ਨੰਬਰ 1 ਹੈ ਵਿਸ਼ਵਾਸ, ਬਲਾਈਂਡ ਫੇਥ, ਬਿਲਕੁਲ, ਅਕਾਲ ਪੁਰਖ ਤੇ। ਹਾਂਜੀ, ਦੂਸਰਾ ਜਿਹੜਾ ਹੈਗਾ ਉਹ ਹੈ ਸ਼ਰਧਾ, ਸਮਰਪਣ, ਸ਼ਰਧਾ ਭਾਵਨਾ ਜੀ, ਠੀਕ ਹੈ। ਤੇ ਤੀਸਰਾ ਹੈ ਪ੍ਰੇਮ। ਪ੍ਰੇਮ, ਹਾਂਜੀ, ਸ਼ਰਧਾ ਤੇ ਪ੍ਰੇਮ ਜਦੋਂ ਇਕੱਠੇ ਹੋ ਜਾਵੇ ਸਮਰਪਣ ਬਣ ਜਾਂਦਾ। ਠੀਕ ਹੈ, ਤੇ ਦੋਵੇਂ ਤਾਂ ਆਉਣਗੇ ਜੇ ਵਿਸ਼ਵਾਸ ਹੋਊਗਾ। ਜੀ ਬਿਲਕੁਲ, ਜੇ ਵਿਸ਼ਵਾਸ ਹੀ ਨਹੀਂ ਹੈ ਤੇ ਸਾਡਾ ਉਹਦੇ ਨਾਲ ਪਿਆਰ ਵੀ ਨਹੀਂ ਤੇ ਨਾ ਉਹਦੀ ਸਾਡੇ ਤੇ ਸ਼ਰਧਾ ਹੈ। ਹਾਂਜੀ, ਜੇ ਵਿਸ਼ਵਾਸ ਹੈ ਤੇ ਫਿਰ ਸ਼ਰਧਾ ਹੈ। ਸਿਆਣੇ ਕਹਿੰਦੇ ਵੀ ਜਦੋਂ ਤਰਕ 1000 ਵਾਰ ਪਰਖਿਆ ਜਾਵੇ ਵਿਸ਼ਵਾਸ ਬਣ ਜਾਂਦਾ, ਜਦੋਂ ਵਿਸ਼ਵਾਸ ਨੂੰ 1000 ਵਾਰ ਪਰਖ ਲਓ ਸ਼ਰਧਾ ਬਣ ਜਾਂਦੀ ਹੈ। ਤਾਂ ਸਭ ਤੋਂ ਜ਼ਰੂਰੀ ਇਹ ਚੀਜ਼ ਹੈ। ਤੇ ਜਦੋਂ ਮਨੁੱਖ ਸ਼ਰਧਾ, ਵਿਸ਼ਵਾਸ, ਭਰੋਸੇ, ਭਾਵਨਾ ਦੇ ਨਾਲ ਉਸ ਅਕਾਲ ਪੁਰਖ ਨੂੰ ਸਮਰਪਣ ਭਾਵਨਾ ਦੇ ਨਾਲ ਯਾਦ ਕਰਦਾ ਹੈ ਜੀ, ਤੇ ਉਹ ਉਹਦੀ ਰਜ਼ਾ ਦਾ ਧਾਰਨੀ ਬਣਦਾ ਹੈ ਜੀ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਪਜੀ ਸਾਹਿਬ ਦੇ ਪਹਿਲੀ ਪੌੜੀ ਦੇ ਵਿੱਚ ਕਿਹਾ ਕਿ ਇੱਕ ਮਨੁੱਖ ਦੀ ਪ੍ਰੋਬਲਮ ਹੈ, ਚਾਹੇ ਉਹ ਮਨੁੱਖ ਹਿੰਦੂ ਹੈ, ਮੁਸਲਮਾਨ, ਬੋਧੀ ਹੈ, ਜੈਨੀ ਹੈ, ਜੋ ਵੀ ਹੈ, ਉਹਦੀ ਇੱਕ ਪ੍ਰੋਬਲਮ ਹੈ ਕਿ ਉਹ ਸੱਚ ਦੇ ਕਰੀਬ ਕਿਵੇਂ ਜਾਵੇ, ਕਿਵੇਂ ਹੋਵੇ ਸੱਚਾ, ਕੇਵਲ ਸਚਿਆਰਾ ਹੋਈ ਹੈ, ਕੇਵਲ ਕੂੜਾ ਟੁੱਟਾ ਪਾਲ ਜੀ। ਉਹਦੇ ਝੂਠ ਦੀ ਜਿਹੜੀ ਕੰਧ ਬਣੀ ਹੋਈ ਹੈ ਉਹਦੇ ਅੰਦਰ ਉਹ ਕਿਵੇਂ ਟੁੱਟੇ, ਉਹ ਸੱਚ ਦੇ ਨੇੜੇ ਕਿਵੇਂ ਹੋਵੇ, ਉਹ ਸਚਿਆਰ ਕਿਵੇਂ ਬਣੇ। ਤਰੀਕਾ ਉਹੀ ਜਿਹੜਾ ਤੁਸੀਂ ਦੱਸਦੇ। ਹਾਂ, ਤੇ ਕਿਉਂਕਿ ਮਨੁੱਖ ਨੇ ਬੜੇ ਯਤਨ ਕੀਤੇ ਨੇ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ, ਸਹਸ ਸਿਆਣਪਾ ਲੱਖ ਹੋਇਆ ਤੇ ਇੱਕ ਨਾ ਚੱਲੇ ਨਾਲ ਜੀ। ਫਿਰ ਸਚਿਆਰ ਕਿਵੇਂ ਹੋ ਸਕਦਾ? ਤੇ ਫਿਰ ਲਾਸਟ ਦੇ ਦੱਸਦਾ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਫਿਰ ਹੁਕਮ ਕੀ ਹੈ? ਫਿਰ ਦੂਸਰੀ ਪੌੜੀ 'ਚ ਹੁਕਮ ਦੀ ਗੱਲ ਕਰਦੀ, ਹੁਕਮੀ ਹੋਵਨ ਆਕਾਰ। ਬਿਲਕੁਲ, ਆਪਾਂ ਆਪਣੇ ਅਕਾਲ ਪੁਰਖ ਵਾਲੇ ਸਬਜੈਕਟ ਤੋਂ ਆਖਰ ਦੇ ਉੱਤੇ ਕਹਤਾ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕਹੈ। ਤੇ ਹਉਮੈ ਹੀ ਹੈ ਜਿਹਦੀ ਸਾਨੂੰ ਪਰਮਾਤਮਾ ਨਾਲੋਂ ਦੂਰ ਰੱਖਦੀ ਹੈ ਜੀ। ਬਿਲਕੁਲ, ਹੰਕਾਰ ਮਨੁੱਖ ਨੂੰ ਮਨੁੱਖ ਨਾਲੋਂ ਦੂਰ ਕਰਦਾ ਹੈ, ਹਉਮੈ ਸਾਨੂੰ ਸਾਡੀ ਹੀ ਜੜ ਨਾਲੋਂ, ਸਾਡੇ ਹੀ ਮੂਲ ਨਾਲੋਂ ਦੂਰ ਕਰਦੀ ਹੈ। ਤੇ ਮਹਾਰਾਜ ਕਹਿੰਦੇ ਕਿ ਜੇ ਤੂੰ ਰਜ਼ਾ ਨੂੰ ਸਮਝ ਲੈ ਉਹਦੀ ਨੂੰ, ਤੇ ਤੇਰੇ ਅੰਦਰ ਹਉਮੈ ਨਹੀਂ ਰਹੇਗੀ। ਜੇ ਹਉਮੈ ਨਹੀਂ ਹੈ ਤੇ ਫਿਰ ਸਮਝ ਲਓ ਵੀ ਤੇਰੇ ਤੇ ਉਸ ਪਰਮਾਤਮਾ 'ਚ ਕੋਈ ਭੇਦ ਹੈ ਹੀ ਨਹੀਂ ਜੀ। ਸਿੰਘ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬੇਸ਼ੱਕ ਇਹ ਸਬਜੈਕਟ ਅਕਾਲ ਪੁਰਖ ਵਾਲਾ, ਪਰਮਾਤਮਾ ਵਾਲਾ, ਰੱਬ ਵਾਲਾ, ਰੱਬ ਇੱਕ ਹੈ, ਅਕਾਲ ਪੁਰਖ ਇੱਕ ਹੈ, ਅਕਾਲ ਪੁਰਖ ਦੇ ਬਾਰੇ ਗੁਰਮਤਿ ਦਾ ਕੀ ਇਹ ਨਜ਼ਰੀਆ ਕੀ ਹੈ, ਦ੍ਰਿਸ਼ਟੀਕੋਣ ਕੀ ਹੈ, ਦੂਜਿਆਂ ਨਾਲੋਂ ਕੀ ਭਿੰਨਤਾ ਹੈ, ਇਹਦੇ ਉੱਤੇ ਭਾਵੇਂ ਘੰਟਿਆਂ ਬੱਧੀ ਬੋਲਿਆ ਜਾ ਸਕਦਾ, ਪਰ ਅਸੀਂ ਬੜੀ ਸੰਖੇਪ 'ਚ ਗੱਲ ਕਰਨਾ ਚਾਹੁੰਦੇ ਸੀ, ਬੜੀ ਸੰਖੇਪ 'ਚ ਕੀਤੀ ਹੈ। ਸਿੱਖ ਫਲਸਫੇ ਦੀ ਮੁੱਢਲੀ ਗੱਲ ਹੈ ਅਕਾਲ ਪੁਰਖ, ਉਹਦੇ ਬਾਰੇ ਸਿੰਘ ਸਾਹਿਬ ਜੀ ਨਾਲ
ਗੱਲ ਕੀਤੀ ਹੈ। ਇਹ ਅਗਲੇ ਐਪੀਸੋਡ ਦੇ ਵਿੱਚ ਆਪਾਂ ਗੁਰੂ ਬਾਰੇ ਗੱਲ ਕਰਾਂਗੇ। ਤੁਸੀਂ ਜੁੜੇ ਰਹਿਣਾ ਸੰਗਤ ਟੈਲੀਵਿਜ਼ਨ ਦੇ ਨਾਲ। ਵਾਰੀ-ਵਾਰੀ ਆਪਾਂ ਇੱਕ ਦਿਨ ਦੇ ਵਿੱਚ ਇੱਕ ਫਲਸਫੇ ਦੇ ਇੱਕ ਪਹਿਲੂ ਬਾਰੇ ਗੱਲ ਕਰਦੇ ਰਹਾਂਗੇ ਜੀ। ਇੱਕ ਵਾਰ ਸਿੰਘ ਸਾਹਿਬ ਜੀ ਦਾ ਵੀ ਧੰਨਵਾਦ ਔਰ ਆਪ ਸਭ ਨੂੰ ਫਤਿਹ ਸਾਂਝੀ ਕਰਦੇ। ਸਿੰਘ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।